हाँ जी, सत्कारयोग साथियों, साਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੋ ਸਾਥੀਓ, ਜਿਵੇਂ ਆਪ ਸਭ ਨੂੰ ਪਤਾ ਹੀ ਹੈ ਕਿ ਜੋ ਵੱਖ-ਵੱਖ ਭਰਤੀਆਂ ਚੱਲ ਰਹੀਆਂ ਔਰ ਜੋ ਭਰਤੀਆਂ ਦਾ ਅੰਜਾਮ ਆਪਣੇ ਸਾਹਮਣੇ ਆ ਰਿਹਾ। ਸੋ ਜਿਵੇਂ ਪਹਿਲਾਂ 2364 ਭਰਤੀ ਨੂੰ ਕੋਰਟ ਦੇ ਵਿੱਚ ਲਿਜਾ ਕੇ ਸਰਕਾਰ ਦੁਆਰਾ ਸਟਾਕ ਆਫ ਕਰਵਾਇਆ ਗਿਆ। ਉਸ ਤੋਂ ਬਾਅਦ 6635 ਭਰਤੀ ਜਿਹੜੀ ਉਹ ਵੀ ਕੋਰਟ ਦੇ ਵਿੱਚ ਲਟਕੀ ਹੋਈ ਆ ਸਟੇ ਦੇ ਆਰਡਰ ਦੇ ਉੱਪਰ। ਔਰ ਨਾਲ ਦੀ ਨਾਲ ਜੋ ਐਨਟੀਟੀ ਦੀ ਭਰਤੀ 8393 ਉਹ ਭਰਤੀ ਵੀ ਜਿਹੜੀ ਕੋਰਟ ਦੇ ਵਿੱਚ ਲਟਕੀ ਹੋਈ ਹੈ। ਸੋ ਵੱਖ-ਵੱਖ ਭਰਤੀਆਂ ਜਿਹੜੀਆਂ ਕੋਰਟ ਦੇ ਵਿੱਚ ਲਟਕੀਆਂ ਹੋਈਆਂ। ਅੱਜ ਆਪਾਂ ਤਿੰਨੋਂ ਭਰਤੀਆਂ ਬਾਰੇ ਜੋ ਕਰੰਟ ਸਟੇਟਸ ਹੈਗਾ ਗੱਲ ਕਰਾਂਗੇ। ਸੋ ਸਾਥੀਓ ਦੇਖੋ, ਸਰਕਾਰ ਦੀ ਜੋ ਪਾਲਿਸੀ ਹੈ, ਆਪ ਜਵਾਬ ਨਾ ਦੇ ਕੇ ਕੋਰਟ ਦੇ ਰਾਹੀਂ ਜਿਹੜਾ ਹੈਗਾ ਇਹਨਾਂ ਭਰਤੀਆਂ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜੋ ਬਹੁਤ ਹੀ ਘਿਨਾਉਣੀ ਹਰਕਤ ਹੈ, ਜੋ ਬਹੁਤ ਹੀ ਜਿਹੜੀ ਕੋਝੀ ਚਾਲ ਜਿਹੜੀ ਇਹ ਨੀਤੀ ਬਣਾਈ ਜਾ ਰਹੀ ਹੈ ਸਰਕਾਰ ਦੁਆਰਾ। ਸੋ ਕੱਲ੍ਹ ਦੀ ਜੋ ਆਪਣੀ ਪronouncement ਸੀ, ਪਹਿਲਾਂ ਗੱਲ ਕਰਦੇ ਹਾਂ 8393 ਪੋਸਟਾਂ ਜੋ ਐਨਟੀਟੀ ਦੀਆਂ ਪੋਸਟਾਂ ਚੱਲ ਰਹੀਆਂ ਸੀਗੀਆਂ, ਜੋ ਵਿਭਾਗੀ ਭਰਤੀ ਦਾ ਜਿਹੜਾ ਨੋਟੀਫਿਕੇਸ਼ਨ ਜਾਰੀ ਹੋਇਆ ਸੀਗਾ ਔਰ ਉਹਦੇ ਸਬੰਧ ਦੇ ਵਿੱਚ ਕੋਰਟ ਦੇ ਵਿੱਚ ਕੇਸ ਚੱਲ ਰਿਹਾ ਸੀਗਾ ਉਸ ਭਰਤੀ ਨੂੰ ਲੈ ਕੇ। ਔਰ ਕੱਲ੍ਹ ਜੋ ਪronouncement ਸੀ ਉਹਦੀ ਲਗਭਗ ਪronouncement ਦੇ ਵਿੱਚ, ਕਿਉਂਕਿ ਉਹ ਵੀਡੀਓ ਕਾਨਫਰੰਸਿੰਗ 'ਤੇ ਸੀਗੀ, ਫਿਜ਼ੀਕਲ ਹੀਅਰਿੰਗ ਨਹੀਂ ਸੀਗੀ, ਤਾਂ ਉਹਦੇ ਵਿੱਚ ਵੀ ਉਹੀ ਜੋ ਰੇੜਕਾ ਹਲੇ ਵੀ ਕਲੀਅਰ ਨਹੀਂ ਹੋਇਆ ਵੀ ਕੀ ਗੱਲਬਾਤ ਹੋਈ ਹੈਗੀ ਆ। ਪਰੰਤੂ ਜੋ ਵੈਬਸਾਈਟ ਦੇ ਉੱਪਰ ਹਾਲ ਦੀ ਘੜੀ ਜਿਹੜਾ ਹੈਗਾ ਲੇਟੈਸਟ ਅਪਡੇਟ ਹੈ, ਤੁਸੀਂ ਦੇਖ ਸਕਦੇ ਹੋ ਕੇਸ ਨੰਬਰ 18619 ਜਿਹੜਾ ਹੈਗਾ ਸੀਗਾ 8393 ਨੂੰ ਲੈ ਕੇ। ਔਰ ਜਿਹੜਾ ਕਰੰਟ ਸਟੇਟਸ ਸ਼ੋ ਕਰ ਰਿਹਾ ਤੁਸੀਂ ਦੇਖ ਸਕਦੇ ਹੋ ਅਲਾਉਡ, ਤੁਸੀਂ ਦੇਖ ਸਕਦੇ ਹੋ ਸਟੇਟਸ ਅਲਾਉਡ। ਤਾਂ ਅਲਾਉਡ ਦਾ ਮਤਲਬ ਇੱਥੇ ਹੈ ਵੀ ਜਿਹੜੇ ਸਬਜੈਕਟ ਨੂੰ ਲੈ ਕੇ ਜਾਂ ਜਿਹੜੇ ਪੁਆਇੰਟ ਨੂੰ ਲੈ ਕੇ ਇਹ ਕੇਸ ਲਗਾਇਆ ਗਿਆ ਸੀਗਾ ਉਸ ਪੁਆਇੰਟ ਨੂੰ ਜੱਜ ਸਾਹਿਬ ਨੇ ਅਲਾਉ ਕਰ ਦਿੱਤਾ। ਮਤਲਬ ਜਿਵੇਂ ਫਰੈਸ਼ਰ ਐਨਟੀਟੀ ਵੱਲੋਂ ਇਹ ਕੇਸ ਲਗਾਇਆ ਗਿਆ ਸੀਗਾ ਔਰ ਭਰਤੀ ਦੇ ਅਗੇਂਸਟ ਲਗਾਇਆ ਗਿਆ ਸੀਗਾ। ਮਤਲਬ ਜੋ ਉਹਨਾਂ ਨੇ ਇਹ ਮੰਗਿਆ ਸੀਗਾ ਕਿ ਭਰਤੀ ਓਪਨ ਕੀਤੀ ਜਾਵੇ ਜਾਂ ਸਾਰਿਆਂ ਨੂੰ ਇਕੁਅਲ ਓਪਰਚੁਨਿਟੀ ਦਿੱਤੀ ਜਾਵੇ, ਤਾਂ ਇਸ ਗੱਲ ਨੂੰ ਜਿਹੜਾ ਹੈਗਾ ਜੱਜ ਸਾਹਿਬ ਨੇ ਅਲਾਉ ਕੀਤਾ ਹੈਗਾ। ਕਲੀਅਰ ਇੱਥੇ ਅਲਾਉ ਲਿਖਿਆ ਹੋਇਆ, ਠੀਕ ਹੈ। ਅਲਾਉਡ ਦਾ ਮਤਲਬ ਇੱਥੇ ਜੋ ਪਟੀਸ਼ਨਰ ਕਰਤਾ ਹੁੰਦਾ ਉਸ ਦੀ ਗੱਲ ਨੂੰ ਹੀ ਅਲਾਉ ਲਿਖਿਆ ਜਾਂਦਾ ਜਾਂ ਡਿਸਮਿਸ ਲਿਖਿਆ ਜਾਂਦਾ ਹੈਗਾ, ਠੀਕ ਹੈ। ਸੋ ਬਾਕੀ ਹਲੇ ਜਿਹੜਾ ਇਹਦਾ ਆਰਡਰ ਅਪਲੋਡ ਨਹੀਂ ਹੋਏਗੇ। ਆਰਡਰ ਤੁਸੀਂ ਚੈੱਕ ਕਰ ਸਕਦੇ ਹੋ ਵੈਬਸਾਈਟ ਦੇ ਉੱਪਰ, ਹਾਲੇ ਤੱਕ ਅਪਲੋਡ ਨਹੀਂ ਹੋਏ। ਰਿਟਨ ਆਰਡਰ ਦੇ ਵਿੱਚ ਡਿਟੇਲ ਲਿਖਿਆ ਜਾਏਗਾ ਵੀ ਕਿਹੜੀ ਗੱਲ ਨੂੰ ਅਲਾਉ ਕਰਤਾ। ਪਰੰਤੂ ਮੋਟੇ ਤੌਰ 'ਤੇ ਜਿਹੜਾ ਅਲਾਉ ਦਾ ਮਤਲਬ, ਕਿਉਂਕਿ ਆਪਾਂ ਪਿੱਛੇ ਆਪਣਾ 364 ਦੇ ਵਿੱਚ ਵੀ ਜੋ ਫੈਸਲੇ ਆਏ ਦੇਖਿਆ ਗਿਆ ਵੀ ਅਲਾਉ ਉਸ ਚੀਜ਼ ਨੂੰ ਕੀਤਾ ਜਾਂਦਾ ਜੋ ਪਟੀਸ਼ਨਰ ਨੇ ਉਸ ਕੇਸ ਦੇ ਵਿੱਚ ਮੰਗੀ ਹੁੰਦੀ ਹੈ। ਤਾਂ ਕਲੀਅਰ ਕੱਟ ਅਲਾਉਡ ਲਿਖਿਆ ਹੈਗਾ। ਤਾਂ ਇਹ ਕਰੰਟ ਸਟੇਟਸ ਹੈਗਾ ਫਿਲਹਾਲ। ਆਰਡਰ ਅਪਲੋਡ ਹੋਣਗੇ ਵੈਬਸਾਈਟ ਦੇ ਉੱਪਰ, ਠੀਕ ਆ। ਡਿਟੇਲ ਜਿਹੜਾ ਹੈਗਾ ਆਰਡਰ ਪੜ੍ਹ ਕੇ ਆਪਾਂ ਨੂੰ ਪਤਾ ਚੱਲ ਜਾਏਗਾ। ਹਾਲ ਦੀ ਘੜੀ ਜਿਹੜਾ ਹੈਗਾ ਸਟੇਟਸ ਅਲਾਉਡ ਸ਼ੋ ਹੋ ਰਿਹਾ ਹੈਗਾ। ਸੋ ਇੱਥੇ ਵੀ ਜਿਹੜਾ ਹੈਗਾ ਗੱਲ ਫਿਰ ਉਹੀ 8393 ਜਿਹੜੀ ਭਰਤੀ ਜਿਹੜੀ ਦੇ ਨੋਟੀਫਿਕੇਸ਼ਨ ਦੇ ਉਲਟ ਜਾਰੀ ਹੈਗੀ ਆ ਵੀ ਜੋ ਨੋਟੀਫਿਕੇਸ਼ਨ ਦੇ ਵਿੱਚ ਲਿਖਿਆ ਸੀ ਉਹਦੇ ਗੱਲ ਉਲਟ ਜਾਰੀ ਹੈਗੀ ਆ। ਤਾਂ ਕਿਤੇ ਨਾ ਕਿਤੇ ਨੋਟੀਫਿਕੇਸ਼ਨ ਨੂੰ ਫਿਰ ਚੈਲੰਜ ਕੀਤਾ ਜਾ ਸਕਦਾ ਇਹਦੇ ਵਿੱਚ। ਤਾਂ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਵੈਬਸਾਈਟ ਦੇ ਉੱਪਰ ਜੋ ਆਰਡਰ ਜਿਹੜੇ ਸੀਗੇ ਕੱਲ੍ਹ ਦੀ ਡੇਟ ਦੇ ਵਿੱਚ 10 ਦਸੰਬਰ ਦੇ ਵਿੱਚ ਜਿਹੜੇ ਆਰਡਰ ਹੋਣੇ ਸੀਗੇ ਪronouncement ਦੇ ਹਜੇ ਤੱਕ ਜਿਹੜੇ ਹੈਗੇ ਆਰਡਰ ਦਾ ਲਿੰਕ ਜਿਹੜਾ ਤੁਹਾਡੇ ਸਾਹਮਣੇ ਹੈ, ਤੁਸੀਂ ਦੇਖ ਸਕਦੇ ਹੋ ਆਰਡਰ ਜਿਹੜੇ ਹੈਗੇ ਅਪਲੋਡ ਹਜੇ ਤੱਕ ਨਹੀਂ ਹੋਏ। ਆਰਡਰ ਹੋ ਸਕਦਾ ਹੈ ਸ਼ਾਮ ਤੱਕ ਅਪਲੋਡ ਹੋ ਜਾਣ, ਹੋ ਸਕਦਾ ਜਿਹੜੇ 3-4 ਦਿਨ ਲੱਗ ਵੀ ਸਕਦੇ ਹੈਗੇ ਆ। ਉਹ ਡਿਪੈਂਡ ਕਰਦਾ ਹੁੰਦਾ ਆਰਡਰ ਦੇ ਲੈਂਥ ਦੇ ਉੱਪਰ ਜਾਂ ਜਿਹੜੇ ਆਰਡਰ ਦੀ ਟਾਈਪ ਦੇ ਉੱਪਰ, ਉਹ ਕਿੰਨਾ ਕਿਹੜਾ ਹੈਗਾ ਲਿਖਣ ਵਾਲਾ ਹੈਗਾ। ਜੱਜ ਸਾਹਿਬ ਪਹਿਲਾਂ ਲਿਖਣਗੇ ਆਰਡਰ, ਫਿਰ ਠੀਕ ਹੈ, ਔਰ ਉਹ ਚੈੱਕ ਹੋਊਗਾ, ਟਾਈਪ ਹੋਣਗੇ, ਫਿਰ ਕਰੈਕਸ਼ਨ ਹੋਣਗੀਆਂ, ਸਾਈਨ ਹੋਣਗੇ ਜੱਜ ਸਾਹਿਬ ਦੇ, ਉਸ ਤੋਂ ਬਾਅਦ ਅਪਲੋਡ ਹੋਣਗੇ। ਔਰ ਉਸ ਤੋਂ ਬਾਅਦ ਜਿਹੜੀ ਹੈਗੀ ਉਹਦੀ ਸਰਟੀਫਾਈਡ ਕਾਪੀ ਹੈ ਉਹ ਕਿਸੇ ਨੂੰ ਵੀ ਮਿਲ ਸਕਦੀ ਹੈਗੀ ਆ, ਜੋ ਵੀ ਅਪਲਾਈ ਕਰੇਗਾ, ਚਾਹੇ ਉਹ ਵਕੀਲ ਕਰਦਾ ਚਾਹੇ ਉਹ ਕੈਂਡੀਡੇਟ ਕਰਦਾ ਹੈਗਾ। ਤਾਂ ਕੋਈ ਵੀ ਉਹਦੀ ਆਰਡਰ ਦੀ ਕਾਪੀ ਜਿਹੜਾ ਹੈਗਾ ਉੱਥੋਂ ਆਪਾਂ ਪ੍ਰਾਪਤ ਕਰ ਸਕਦੇ ਹੋ, ਬਾਈ ਹੈਂਡ ਵੀ ਪ੍ਰਾਪਤ ਕਰ ਸਕਦੇ ਹਾਂ। ਔਰ ਵੈਬਸਾਈਟ ਦੇ ਉੱਪਰ ਤਾਂ ਅਪਲੋਡ ਹੋ ਹੀ ਜਾਣਗੇ, ਉੱਥੋਂ ਆਪਾਂ ਡਾਊਨਲੋਡ ਕਰਕੇ ਚੈੱਕ ਕਰ ਸਕਦੇ ਹਾਂ। ਤਾਂ ਇਹ ਪ੍ਰੋਸੈਸ ਜਿਹੜਾ ਹੈਗਾ ਆਰਡਰ ਚੈੱਕ ਕਰਨ ਦਾ। ਸੋ ਉਸ ਤੋਂ ਬਾਅਦ ਆਪਾਂ ਅਗਲੀ ਗੱਲ ਕਰਦੇ ਹੈਗੇ ਹਾਂ 6635 ਭਰਤੀ ਦੇ ਜੋ ਆਰਡਰ ਹੋਏ ਹੈਗੇ ਆ ਉਹਦੇ ਸੰਬੰਧ ਦੇ ਵਿੱਚ। ਸੋ 6635 ਭਰਤੀ ਜਿਹੜੀ ਆਪਣੀ ਈਟੀਟੀ ਦੀ ਭਰਤੀ ਆ ਔਰ ਜਿਹੜੀ ਲਗਭਗ ਸਤੰਬਰ ਦੇ ਵਿੱਚ ਆਊਟ ਹੋਈ ਸੀਗੀ, ਔਰ ਉਸ ਭਰਤੀ ਨੂੰ ਲੈ ਕੇ ਵੀ ਸਰਕਾਰ ਦੀ ਉਹੀ ਨੀਤੀ ਸਾਹਮਣੇ ਆ ਰਹੀ ਹੈਗੀ ਆ। ਹਾਲ ਦੀ ਘੜੀ ਜਿਹੜਾ ਹੈਗਾ ਕੋਰਟ ਦੇ ਵਿੱਚ ਰਲੀ ਹੋਈ ਹੈ ਭਰਤੀ, ਠੀਕ ਹੈ। ਔਰ ਉਹਦੀਆਂ ਜਿਹੜੀਆਂ ਅੱਗੇ ਦੀ ਅੱਗੇ ਤਰੀਕਾਂ ਪੈ ਰਹੀਆਂ ਹੈਗੀਆਂ। ਉਹ ਸੇਮ ਸਟੇਟਸ ਜਿਹੜੀ ਆਪਾਂ ਗੱਲ ਕਰਦੇ ਹਾਂ, ਜਿਵੇਂ ਪਹਿਲਾਂ 2364 ਭਰਤੀ ਨੂੰ 2 ਸਾਲ ਉਹਨਾਂ ਨੇ ਰੋਲੀ ਰੱਖਿਆ। 2 ਸਾਲਾਂ ਦੇ ਵਿੱਚ ਜਿਹੜਾ ਹੈਗਾ ਲਗਭਗ ਸਾਲ ਕੋਰਟ ਦੇ ਵਿੱਚ ਰੋਲਿਆ ਉਸ ਭਰਤੀ ਨੂੰ। ਔਰ ਉਸ ਭਰਤੀ ਤੋਂ ਜੋ ਸਟੈਪਸ ਜਿਹੜੇ ਚੱਲੇ ਸਕਰੂਟਨੀ ਤੋਂ ਬਾਅਦ ਜਿਵੇਂ ਤਰੀਕਾਂ ਪੈਂਦੀਆਂ ਰਹੀਆਂ, ਉਹ ਉਹੀ ਤਰੀਕਾਂ ਵਾਲਾ ਜਿਹੜਾ ਹੈਗਾ ਪ੍ਰੋਸੈਸ 6635 ਦੇ ਵਿੱਚ ਤਰੀਕਾਂ ਪੈ ਰਹੀਆਂ ਲਗਾਤਾਰ। ਔਰ ਜਿਵੇਂ ਕਿ ਆਪ ਸਭ ਨੂੰ ਪਤਾ ਹੈ ਕਿ 6635 ਪੋਸਟਾਂ ਦੇ ਉੱਪਰ ਕੇਸ ਜਿਹੜਾ ਹੈਗਾ ਉਹ ਬੀਐਡ ਵੱਲੋਂ ਨੋਟੀਫਿਕੇਸ਼ਨ ਨੂੰ ਹੀ ਚੈਲੰਜ ਕੀਤਾ ਗਿਆ। ਜੋ ਸੋਧ ਕੀਤੀ ਗਈ ਉਹਦੇ ਵਿੱਚ ਕਿ ਬੀਐਡ ਕੈਂਡੀਡੇਟ ਨਹੀਂ ਅਪਲਾਈ ਕਰ ਸਕਦੇ, ਉਹਦੇ ਵਿੱਚ ਓਨਲੀ ਈਟੀਟੀ ਅਪਲਾਈ ਕਰਨਗੇ। ਤਾਂ ਉਹਦੇ ਵਿੱਚ ਬੀਐਡ ਕੈਂਡੀਡੇਟਸ ਨੇ ਐਨਸੀਟੀ ਨੂੰ ਆਧਾਰ ਬਣਾ ਕੇ ਜਿਹੜਾ ਹੈਗਾ ਉਹਦੇ ਚੈਲੰਜ ਕੀਤਾ ਗਿਆ ਸੀਗਾ ਕਿ ਬੀਐਡ ਨੂੰ ਵੀ ਇਕੁਅਲ ਰਾਈਟ ਜਿਹੜਾ ਹੈਗਾ ਮਿਲਣਾ ਚਾਹੀਦਾ ਹੈਗਾ। ਤਾਂ ਸੇਮ ਜਿਹੜਾ ਹੈਗਾ ਇਹਦੇ ਵਿੱਚ ਜੋ ਪ੍ਰੋਸੈਸ ਚੱਲ ਰਿਹਾ ਹੈਗਾ, ਅੱਗੇ ਦੀ ਅੱਗੇ ਤਰੀਕਾਂ ਪੈ ਰਹੀਆਂ। ਲਾਸਟ ਹੀਅਰਿੰਗ ਤੁਹਾਨੂੰ ਪਤਾ ਹੀ ਹੈ ਕਿ 9 ਦਸੰਬਰ ਨੂੰ ਹੀਅਰਿੰਗ ਹੋਈ ਹੈ ਇਹਦੇ ਵਿੱਚ, ਔਰ ਜੋ ਜੱਜ ਸਾਹਿਬ ਨੇ ਉਹਦੇ ਵਿੱਚ ਆਰਡਰ ਜਾਰੀ ਕੀਤੇ ਆ ਵੈਬਸਾਈਟ ਦੇ ਉੱਪਰ ਅਵੇਲੇਬਲ ਨੇ ਇਹ ਆਰਡਰ, ਤੁਸੀਂ ਦੇਖ ਸਕਦੇ ਹੋ। ਔਰ ਕਲੀਅਰ ਜਿਹੜਾ ਕੀਤਾ ਗਿਆ ਇਹਦੇ ਵਿੱਚ ਕਿ
it has been brought to the notice of this court that the notification dated 28/8/2018 issued by NCT has been set aside by the division bench judgment of Rajasthan High Court at Jodhpur on 25/11/2021. On the contrary, the High Court of Himachal Pradesh has upheld the said notification। मतलब कि ਜਿਹੜਾ ਇੱਕ ਪਾਸੇ ਤਾਂ ਰਾਜਸਥਾਨ ਦੇ ਵਿੱਚ ਜੋ ਹਾਈ ਕੋਰਟ ਨੇ ਡਿਸੀਜਨ ਦਿੱਤਾ ਬੀਐਡ ਦੇ ਆਪੋਜ਼ਿਟ ਕਿ ਉਹਨਾਂ ਨੇ ਜਿਹੜਾ ਹੈਗਾ ਨੋਟੀਫਿਕੇਸ਼ਨ ਨੂੰ ਰੱਦ ਕਰ ਦਿੱਤਾ ਗਿਆ ਐਨਸੀਟੀ ਦੇ ਨੂੰ, ਦੂਜੇ ਪਾਸੇ ਹਿਮਾਚਲ ਪ੍ਰਦੇਸ਼ ਦੇ ਵਿੱਚ ਇਸੇ ਨੋਟੀਫਿਕੇਸ਼ਨ ਨੂੰ ਜਿਹੜਾ ਹੈਗਾ ਮਾਨਤਾ ਦੇ ਕੇ ਬੀਐਡ ਨੂੰ ਇਕੁਅਲ ਓਪਰਚੁਨਿਟੀ ਦੇਣ ਦਾ ਜਿਹੜਾ ਹੈਗਾ ਫੈਸਲਾ ਉੱਥੇ ਕੀਤਾ ਗਿਆ ਔਰ ਬਾਉਂਡ ਕੀਤਾ ਗਿਆ ਕਿ ਬੀਐਡ ਵੀ ਜਿਹੜਾ ਹੈਗਾ ਪ੍ਰਾਇਮਰੀ ਅਧਿਆਪਕ ਬਣਨ ਦੇ ਕਾਬਿਲ ਹੈ। ਔਰ ਦੂਸਰੇ ਪਾਸੇ ਦੇਖਿਆ ਜਾਵੇ ਤਾਂ ਇਹਨਾਂ ਹਾਲਾਤਾਂ ਨੂੰ ਧਿਆਨ 'ਚ ਰੱਖਦੇ ਹੋਏ ਜੱਜ ਸਾਹਿਬ ਨੇ ਦੇਖਿਆ ਕਿ ਕੋਈ ਵੀ ਇੱਕ ਫੈਸਲਾ ਜਿਹੜਾ ਹੈਗਾ ਕਿਸੇ ਇੱਕ ਪੱਖ ਦੇ ਵਿਰੁੱਧ ਜਾਏਗਾ। ਤਾਂ ਇਹਨਾਂ ਹਾਲਾਤਾਂ ਨੂੰ ਦੇਖਦੇ ਹੋਏ ਜੱਜ ਸਾਹਿਬ ਨੇ ਇੱਥੇ ਇਹ ਕਿਹਾ ਕਿ ਜਿੰਨਾ ਚਿਰ ਆਪਣੇ ਕੋਲ ਫਾਈਨਲ ਡਿਸੀਜਨ ਨਹੀਂ ਮਿਲ ਜਾਂਦਾ ਕਿ ਇਹ ਜਿਹੜਾ ਐਨਸੀਟੀ ਦਾ ਨੋਟੀਫਿਕੇਸ਼ਨ ਜਿਹੜਾ ਵੈਲਿਡ ਹੈ ਜਾਂ ਨਹੀਂ ਹੈ, ਇਹਦੇ ਵਾਸਤੇ ਕੀ ਮੰਗਿਆ ਉਹਨਾਂ ਨੇ, ਰਿਪਲਾਈ ਆਫ ਦਾ ਯੂਨੀਅਨ ਆਫ ਇੰਡੀਆ, ਠੀਕ ਹੈ, ਐਂਡ ਐਨਸੀਟੀ ਦਾ ਰਿਪਲਾਈ ਮੰਗਿਆ ਉਹਨਾਂ ਨੇ, ਠੀਕ ਹੈ। ਔਰ ਸੁਪਰੀਮ ਕੋਰਟ ਦਾ ਫੈਸਲਾ ਜਿਹੜਾ ਹੈਗਾ ਉਹਨਾਂ ਨੇ ਮੰਗਿਆ ਹੈਗਾ ਵੀ ਇਹਦੇ ਵਿੱਚ ਫਾਈਨਲ ਡਿਸੀਜਨ ਜਿਹੜਾ ਹੈਗਾ ਓਵਰਆਲ ਲਾਗੂ ਹੋਵੇਗਾ, ਕਿਉਂਕਿ ਜੇ ਮੰਨ ਲਓ ਅੱਜ ਫੈਸਲਾ ਫਿਰ ਇਹ ਜਾਂ ਈਟੀਟੀ ਦੇ ਪੱਖ ਵਿੱਚ ਆ ਜਾਂਦਾ ਜਾਂ ਬੀਐਡ ਦੇ ਪੱਖ ਵਿੱਚ ਆ ਜਾਂਦਾ ਹੈਗਾ ਤਾਂ ਫਿਰ ਆਉਣ ਵਾਲੇ ਸਮੇਂ ਵਿੱਚ ਫਿਰ ਉਹੀ ਕੰਟਰੇਰੀ ਰਹੇਗਾ। ਤਾਂ ਇਸ ਨੂੰ ਜਿਹੜਾ ਫਾਈਨਲ ਫੈਸਲਾ ਦੇਣ ਦੇ ਲਈ ਜੱਜ ਸਾਹਿਬ ਨੇ ਜਿਹੜਾ ਹੈਗਾ ਰੋਕਿਆ ਹੈਗਾ ਤਾਂ ਕਿ ਜੋ ਫੈਸਲਾ ਇਸ ਕੇਸ ਦੇ ਵਿੱਚ ਆਏਗਾ ਉਹ ਫੈਸਲਾ ਫਿਰ ਸਰਵਮਾਨਿਆ ਹੋਏਗਾ ਔਰ ਹਰੇਕ ਥਾਂ ਉਹ ਫੈਸਲਾ ਲਾਗੂ ਹੋਏਗਾ। ਤਾਂ ਇਸ ਕਰਕੇ ਟਾਈਮ ਮੰਗਿਆ ਉਹਨਾਂ ਨੇ, ਉਹ ਟਾਈਮ ਮੰਗਿਆ ਹੈਗਾ ਤੁਹਾਡੇ ਸਾਹਮਣੇ ਕਲੀਅਰ ਹੈ ਕਿ 20 ਜਨਵਰੀ ਜਿਹੜੀ ਹੈਗੀ ਅਗਲੀ ਡੇਟ ਦਿੱਤੀ ਹੈਗੀ ਆ, ਉਦੋਂ ਤੱਕ ਉਹਨਾਂ ਨੇ ਇਹ ਇੰਤਜ਼ਾਰ ਕੀਤਾ ਹੈਗਾ। ਉਦੋਂ ਤੱਕ ਜਿਹੜੇ ਪਹਿਲਾਂ ਵਾਲੇ ਆਰਡਰ ਸਟੇ ਵਾਲੇ ਚੱਲਦੇ ਪਏ ਹੈਗੇ ਆ ਜੋ 29 ਅਕਤੂਬਰ ਨੂੰ ਹੋਏ ਸੀਗੇ ਉਹੀ ਚੱਲਦੇ ਰਹਿਣਗੇ, ਸਟੇ ਲਾਗੂ ਰਹੇਗਾ ਜਦੋਂ ਤੱਕ ਇਹ ਫੈਸਲਾ ਨਹੀਂ ਹੁੰਦਾ ਹੈਗਾ। ਤਾਂ ਇੱਥੇ ਲੋੜੀਂਦੀ ਗੱਲ ਇਹ ਹੈ ਕਿ ਜਿੰਨਾ ਚਿਰ ਵਾਕਈ ਇੱਕ ਉਹ ਫੈਸਲਾ ਜਿਹੜਾ ਸਾਰੀਆਂ ਸਟੇਟਾਂ ਵਿੱਚ ਲਾਗੂ ਹੋਵੇ ਬੀਐਡ ਜਾਂ ਈਟੀਟੀ ਨੂੰ ਲੈ ਕੇ ਤਾਂ ਕਿ ਦੁਬਾਰਾ ਇਹ ਰੌਲੇ ਨਾ ਪੈਣ, ਠੀਕ ਹੈ। ਸੋ ਸਰਕਾਰ ਨੇ ਜੋ ਗਲਤੀਆਂ ਰਹੀਆਂ ਹੈਗੀਆਂ ਟਾਈਮ ਟਾਈਮ 'ਤੇ ਆਪਣੇ ਹਿਸਾਬ ਨਾਲ ਪੋਲੀਟੀਕਲ ਆਪਦੇ ਕੈਰੀਅਰ ਨੂੰ ਦੇਖਦੇ ਹੋਏ, ਪੋਲੀਟੀਕਲ ਸਰਕਮਸਟੈਂਸਿਸ ਨੂੰ ਦੇਖਦੇ ਹੋਏ ਉਹਨਾਂ ਨੇ ਜਿਹੜਾ ਹੈਗਾ ਫੈਸਲੇ ਟਾਈਮ 'ਤੇ ਚੇਂਜ ਕਰਦੇ ਰਹੇ, ਪਰੰਤੂ ਕੋਈ ਇੱਕ ਸੋਲਿਡ ਫੈਸਲਾ ਜਿਹੜਾ ਹੈਗਾ ਨਹੀਂ ਲਿਆ ਗਿਆ। ਆਪਾਂ ਕਹਿੰਦੇ ਕੋਈ ਪੱਕਾ ਫੈਸਲਾ ਹੋ ਜਾਵੇ, ਚਾਹੇ ਉਹ ਪੱਕਾ ਹੋ ਜਾਵੇ ਈਟੀਟੀ ਪੋਸਟ 'ਤੇ ਈਟੀਟੀ ਹੀ ਲੱਗੂਗਾ, ਜਾਂ ਫਿਰ ਜੇ ਬੀਐਡ ਨੂੰ ਲਾਉਣਾ ਹੈਗਾ ਤਾਂ ਬੀਐਡ ਵਾਸਤੇ ਜਿਹੜਾ ਹੈਗਾ ਨੋਟੀਫਿਕੇਸ਼ਨ ਪੱਕਾ ਲਾਗੂ ਹੋ ਜਾਵੇ ਵੀ ਵਾਕਈ ਹੋਊਗਾ ਤਾਂ ਕਿ ਕੋਈ ਰੌਲਾ ਨਾ ਪਵੇ, ਠੀਕ ਹੈ। ਸੋ ਇਸ ਲਈ ਇਹ ਜਿਹੜਾ ਹੈਗਾ ਫੈਸਲਾ ਫਿਲਹਾਲ ਜਿਹੜਾ ਹੈਗਾ 20 ਜਨਵਰੀ 'ਤੇ ਪਾ ਦਿੱਤਾ ਗਿਆ ਔਰ ਡਬਲ ਬੈਂਚ 'ਤੇ ਕੇਸ ਆ ਸਾਦਾ ਮਲੀਆ ਜੱਜ ਦੁਆਰਾ ਔਰ ਵਿਕਾਸ ਸੂਰੀ ਦੋਨੋਂ ਜੱਜ ਜਿਹੜੇ ਅਵੇਲੇਬਲ ਸੀਗੇ। ਇਹ ਸ਼ਾਰਟ ਪੈਂਟ ਤੋਂ ਲੈ ਕੇ ਕਰੰਟ ਸਟੇਟਸ ਹੈਗਾ ਕਿ 20 ਜਨਵਰੀ ਅਗਲੀ ਤਰੀਕ ਪੈ ਗਈ ਹੈਗੀ ਆ। ਜਦੋਂ ਤੱਕ ਇਹ ਫੈਸਲਾ ਨਹੀਂ ਹੁੰਦਾ ਕਿ ਐਨਸੀਟੀ ਦਾ ਜਿਹੜਾ ਨੋਟੀਫਿਕੇਸ਼ਨ ਹੈਗਾ ਉਹ ਸਰਵਮਾਨਿਆ ਹੈ, ਸਾਰੀਆਂ ਸਟੇਟ 'ਚ ਲਾਗੂ ਹੋਊਗਾ ਜਾਂ ਨਹੀਂ ਹੋਊਗਾ, ਉਦੋਂ ਤੱਕ ਇਹ ਫੈਸਲਾ ਜਿਹੜਾ ਹੈਗਾ ਰੁਕਿਆ ਰਹੇਗਾ। ਸੋ ਉਦੋਂ ਤੱਕ ਫਿਰ ਆਪਾਂ ਨੂੰ ਜਿਹੜਾ ਹੈਗਾ ਕਿ ਰੁਕਿਆ ਇਹ ਤੋਂ ਪਹਿਲਾਂ ਵੀ ਹੱਲ ਹੋ ਸਕਦਾ ਹੈਗਾ, ਠੀਕ ਆ। ਆਪਾਂ ਚਾਹੁੰਦੇ ਹਾਂ ਕਿ ਦੋਨੋਂ ਭਰਤੀਆਂ ਜਿਹੜੀਆਂ ਜਿਵੇਂ ਆਪਾਂ ਲੇਟ ਹੋਏ ਹਾਂ 23-64 ਦੇ ਵਿੱਚ 66-35 ਵਿੱਚ ਇੰਨੀ ਦੇਰੀ ਨਾ ਹੋਵੇ, ਜੋ ਵੀ ਫੈਸਲਾ ਆਉਣਾ ਹੈਗਾ ਉਹ ਫੈਸਲਾ ਜਲਦ ਆਵੇ ਤਾਂ ਕਿ ਕੋਈ ਭਰਤੀ ਦਾ ਸਿਰੇ ਲੱਗੇ, ਠੀਕ ਹੈ। ਸੋ ਸੇਮ ਜਿਹੜਾ ਹੈਗਾ 2364 ਦੀ ਆਪਾਂ ਗੱਲ ਕਰਦੇ ਹਾਂ ਕਿ 2364 ਦੇ ਵਿੱਚ ਕੀ ਸਟੇਟਸ ਹੈ ਆਪਣੇ ਕੋਲ। ਸੋ 2364 ਦੀ ਭਰਤੀ ਜਿਹੜੀ ਸਭ ਤੋਂ ਪਹਿਲਾਂ ਦੀ ਭਰਤੀ ਜਿਹੜੀ ਹੈ ਤੁਸੀਂ ਆਪਾਂ ਨੂੰ ਪਤਾ ਹੀ ਹੈ ਕਿ ਮਾਰਚ 2020 ਦੀ ਭਰਤੀ ਆਈ ਹੋਈ ਆ ਔਰ ਉਹ ਵੀ ਜਿਹੜੀ ਹੈਗੀ ਆ ਕਿੰਨਾ ਲੰਬਾ ਸਮਾਂ ਕੋਰਟ ਦੇ ਵਿੱਚ ਜਿਹੜੀ ਹੈਗੀ ਲਟਕਦੀ ਰਹੀ ਆ ਔਰ ਕਿੰਨਾ ਲੰਬਾ ਸੰਘਰਸ਼ ਕਰਨਾ ਪਿਆ ਆਪਾਂ ਨੂੰ ਹਰੇਕ ਲੈਵਲ 'ਤੇ। ਆਪਾਂ ਸਰਕਾਰ ਦੇ ਨਾਲ ਕੋਰਟ ਦੇ ਰਾਹੀਂ ਜਿਹੜਾ ਹੈਗਾ ਹਰੇਕ ਲੈਵਲ 'ਤੇ ਸੰਘਰਸ਼ ਕੀਤਾ, ਪਰੰਤੂ ਸਰਕਾਰ ਦੀ ਪਾਲਿਸੀ ਜਿਹੜੀ ਹੈਗੀ ਆ, ਸਰਕਾਰ ਦੀ ਪਾਲਿਸੀ, ਸਰਕਾਰ ਦੇ ਰੂਲਸ, ਸਰਕਾਰ ਦਾ ਜਿਹੜਾ ਹੈਗਾ ਕੰਮ ਕਰਨ ਦਾ ਤਰੀਕਾ, ਬੋਰਡ ਦਾ ਕੰਮ ਕਰਨ ਦਾ ਤਰੀਕਾ, ਜਿਨ੍ਹਾਂ ਸਾਰੀਆਂ ਖਾਮੀਆਂ ਦਾ ਖਮਿਆਜ਼ਾ ਜਿਹੜਾ ਹੈਗਾ ਸਾਰੇ ਸਿਲੈਕਟਡ ਕੈਂਡੀਡੇਟਸ ਨੂੰ ਭੁਗਤਣਾ ਪੈ ਰਿਹਾ ਹੁਣ ਤੱਕ। ਤੋ ਕਰੰਟ ਸਟੇਟਸ ਜਿਹੜਾ ਹੈਗਾ ਆਪਾਂ ਨੂੰ ਪਤਾ ਜਦੋਂ ਡਿਸੀਜਨ ਆ ਗਿਆ ਸੀਗਾ ਇਹਦਾ ਪ੍ਰੋਨਾਊਂਸਮੈਂਟ ਹੋ ਗਈ ਸੀ ਉਸ ਤੋਂ ਬਾਅਦ ਤਾਂ ਆਪਣੇ ਕੋਲੇ ਉਹੀ ਆਪਸ਼ਨ ਬਚਦੇ ਸੀ ਕਿ ਆਪਾਂ ਐਲਪੀਏ ਲਗਾਈਏ, ਠੀਕ ਹੈ। ਤਾਂ ਐਲਪੀਏ ਲਾਈਆਂ ਗਈਆਂ, ਦੋਨੋਂ ਪਾਸੋਂ ਐਲਪੀਏ ਲੱਗੀਆਂ, ਠੀਕ ਹੈ। ਇੱਕ 1174 ਨੰਬਰ ਦੀ ਐਲਪੀਏ ਲੱਗੀ ਸੀ ਮਨੀ ਕ੍ਰਿਸ਼ਨ ਸਾਹਿਬ ਵੱਲੋਂ ਔਰ ਸੈਕਿੰਡ ਐਲਪੀਏ ਜਿਹੜੀ ਇਕਬਾਲ ਕੌਰ ਇਹਨਾਂ ਦਰਜ ਜਿਹੜੀ ਹੈਗੀ ਐਲਪੀਏ 1177 ਲੱਗੀ ਸੀਗੀ। ਦੋਨੋਂ ਐਲਪੀਏ ਕਲੱਬ ਹੋ ਗਈਆਂ ਸੀਗੀਆਂ ਔਰ ਦੋਨੋਂ ਕਿਉਂਕਿ ਇਹ ਚੀਫ ਜਸਟਿਸ ਕੋਲ ਲੱਗੀਆਂ ਸੀਗੀਆਂ ਤਾਂ ਉਹਨਾਂ ਨੇ ਇਸ ਦੋਨੋਂ ਜਿਹੜੀਆਂ ਐਲਪੀਏ ਸੀਗੀਆਂ ਦੋਨਾਂ ਨੂੰ ਜਿਹੜਾ ਹੈਗਾ ਡਿਸਮਿਸ ਕਰ ਦਿੱਤਾ ਹੈਗਾ। ਤੁਹਾਡੇ ਸਾਹਮਣੇ ਕਰੰਟ ਸਟੇਟਸ ਜਿਹੜਾ ਹੈਗਾ 1177, ਪਹਿਲਾਂ ਜਿਹੜੀ 1174 ਲੱਗੀ ਸੀ 9 ਤਰੀਕ ਨੂੰ, ਇਹ 10 ਤਰੀਕ ਨੂੰ ਲੱਗੀ ਸੀ। ਤਾਂ ਇਹ ਐਚ.ਸੀ. ਅਰੋੜਾ ਕੋਲੇ ਜਿਹੜਾ ਹੈਗਾ ਇਹਨਾਂ ਵੱਲੋਂ ਲਗਾਈ ਗਈ ਸੀਗੀ। ਤਾਂ ਕਰੰਟ ਸਟੇਟਸ ਜਿਹੜਾ ਹੈਗਾ ਡਿਸਮਿਸ ਉਹਨਾਂ ਨੇ ਜਿਹੜਾ ਹੈਗਾ ਕਰ ਦਿੱਤਾ ਫਿਲਹਾਲ ਡਿਸਮਿਸ ਆਇਆ ਔਰ ਉਹਨਾਂ ਨੇ ਜਿਹੜੇ ਆਰਡਰ ਜਾਰੀ ਕੀਤੇ ਹੈਗੇ 1174 ਦੇ ਵਿੱਚ ਉਹਦੇ ਵਿੱਚ ਡਾਇਰੈਕਟ ਕੀਤਾ ਹੈਗਾ ਕਿ ਤੁਸੀਂ ਜਿਹੜਾ ਹੈਗਾ ਰਿਵਿਊ ਐਪਲੀਕੇਸ਼ਨ ਜਿਹੜੀ ਹੈਗੀ ਆ ਸੇਮ ਜੱਜ ਕੋਲ ਅਪਲਾਈ ਕਰ ਸਕਦੇ ਹੋ, ਉੱਥੇ ਕਰੋ। ਤਾਂ ਆਪਾਂ ਰਿਵਿਊ ਐਪਲੀਕੇਸ਼ਨ ਜਿਹੜੀ ਹੈਗੀ ਨੈਕਸਟ ਟਰਾਈ ਕਰ ਰਹੇ ਹੈਗੇ ਹਾਂ। ਹਰ ਲੈਵਲ 'ਤੇ ਆਪਾਂ ਹਰ ਕੋਸ਼ਿਸ਼ ਕਰ ਰਹੇ ਹੈਗੇ ਹਾਂ ਕਿ ਇਸ ਭਰਤੀ ਨੂੰ ਕਿਸੇ ਨਾ ਕਿਸੇ ਤਰੀਕੇ ਜਿਹੜਾ ਹੈਗਾ ਬਚਾਇਆ ਜਾ ਸਕੇ ਔਰ ਜਿਵੇਂ ਦੀ ਤਿਵੇਂ ਹੈਗੀ ਆ ਉਸੇ ਤਰ੍ਹਾਂ ਬਚਾਇਆ ਜਾ ਸਕੇ। ਸੋ ਇਹ ਤਾਂ ਕਰੰਟ ਸਟੇਟਸ ਜਿਹੜਾ ਕੋਰਟ ਦੇ ਵਿੱਚ ਚੱਲ ਰਿਹਾ ਸੀਗਾ, ਇਹ ਤੁਹਾਨੂੰ ਦੱਸਿਆ ਤਿੰਨੋਂ ਭਰਤੀਆਂ ਦਾ। ਹੁਣ ਜਿਹੜਾ ਸਰਕਾਰ ਦੇ ਨਾਲ ਗੱਲਬਾਤ, ਜਿਹੜੀ ਸਰਕਾਰ ਆਪਾਂ ਨੂੰ ਕਹਿ ਰਹੀ ਹੈਗੀ ਆ ਕਿ ਤੁਸੀਂ ਇੱਕ ਮੰਚ 'ਤੇ ਇਕੱਠੇ ਹੋ ਜਾਓ, ਤੁਹਾਡਾ ਮਸਲਾ ਇਸ ਤਰ੍ਹਾਂ ਹੱਲ ਕਰ ਦਿਆਂਗੇ, ਉਸ ਤਰ੍ਹਾਂ ਗੱਲ ਕਰ ਦਿਆਂਗੇ, ਸਿੱਖਿਆ ਮੰਤਰੀ ਬਿਆਨ ਦੇ ਰਹੇ ਹੈਗੇ ਆ। ਤਾਂ
ਇੱਥੇ ਕੋਈ ਹੁਣ ਦੇਖੋ ਤੁਕ ਬਚਦੀ ਨਹੀਂ। ਜੋ 2364 ਭਰਤੀ ਦਾ ਜੋ ਹੱਲ ਕਰਤਾ ਉਹਨਾਂ ਨੇ, ਉਹ ਹੱਲ ਕਰਤਾ ਜਿਹੜਾ ਕਰਨਾ ਸੀਗਾ। ਉਸ ਤੋਂ ਬਾਅਦ 6635 ਭਰਤੀ ਸਟੇ 'ਚ ਹਾਲੇ ਤੱਕ, ਠੀਕ ਹੈ। 83 93 ਦੇ ਵਿੱਚ ਵੀ ਉਹਨਾਂ ਨੇ ਆਰਡਰ ਜਿਹੜੇ ਹੈਗੇ ਅਲਾਓ ਜਾਰੀ ਕਰਤੇ ਹੈਗੇ। ਉਹਦਾ ਅੱਗੇ ਰਿਟਰਨ ਕੀ ਆਉਂਦਾ ਹੈਗਾ ਭਰਤੀ ਸੰਬੰਧੀ, ਉਹ ਆਪਾਂ ਨੂੰ ਰਿਟਰਨ ਆਰਡਰ ਪੜ੍ਹ ਕੇ ਪਤਾ ਚੱਲੇਗਾ। ਪਰੰਤੂ ਜੋ ਸਰਕਾਰ ਦੀ ਨੀਤੀ ਹੈਗੀ ਆ, ਸਰਕਾਰ ਸਿਰਫ ਲੋਕਾਂ ਦੀ ਅੱਖਾਂ 'ਚ ਘੱਟਾ ਪਾ ਰਹੀ ਹੈਗੀ ਆ ਕਿ ਇਸ ਤਰ੍ਹਾਂ ਹੱਲ ਹੋ ਜਾਏਗਾ, ਇਸ ਤਰ੍ਹਾਂ ਹੱਲ ਹੋ ਜਾਏਗਾ, ਦੁਬਾਰਾ ਨੋਟੀਫਿਕੇਸ਼ਨ ਕਰ ਦਿੰਦੇ ਆਪਾਂ, ਉਹ ਮਾਰਚ 22 ਤੱਕ ਜਿਹੜੇ ਹੈਗੇ ਪੂਰੇ ਹੋ ਜਾਣਗੇ। ਤਾਂ ਇਹ ਸਭ ਕਹਿਣ ਨੂੰ ਗੱਲਾਂ ਨੇ। ਬੀਐਡ ਦੀਆਂ ਪੋਸਟਾਂ ਦੇ ਲਈ, ਮੈਂ ਗੱਲ ਕਰਦੇ ਹਾਂ। ਦੇਖੋ ਮਨੀਸ਼ ਟੈਂਕੀ 'ਤੇ ਚੜ੍ਹਿਆ ਹੋਇਆ ਬਹੁਤ ਹੀ ਤਕੜਾ ਸੰਘਰਸ਼ ਉਹ ਵੀ ਲੜ ਰਿਹਾ, ਠੀਕ ਹੈ। ਬਹੁਤ ਤਕੜਾ ਸੰਘਰਸ਼ ਈਟੀਟੀ ਵਾਲੇ ਲੜ ਰਹੇ ਹਾਂ ਆਪਾਂ, ਔਰ ਬਹੁਤ ਤਕੜਾ ਸੰਘਰਸ਼ ਜਿਹੜਾ ਹੈਗਾ ਕੱਚੇ ਅਧਿਆਪਕ ਲੜ ਰਹੇ ਆ। ਸੰਘਰਸ਼ ਵੱਲੋਂ ਕੋਈ ਕਮੀ ਨਹੀਂ ਹੈ, ਪਰੰਤੂ ਸਰਕਾਰ ਦੀ ਪਾਲਿਸੀ ਜਿਹੜੀ ਹੈਗੀ, ਸਰਕਾਰ ਦੀਆਂ ਨੀਤੀਆਂ ਬਹੁਤ ਮਾੜੀਆਂ ਹੈਗੀਆਂ। ਤਾਂ ਨਵੀਆਂ ਪੋਸਟਾਂ ਦਾ ਨੋਟੀਫਿਕੇਸ਼ਨ ਜਿਹੜਾ ਹੈਗਾ 10 ਤਰੀਕ ਨੂੰ ਕਿਹਾ ਜਾ ਰਿਹਾ ਸੀਗਾ, ਉਹ ਵੀ ਨਹੀਂ ਜਾਰੀ ਕੀਤਾ ਸਰਕਾਰ ਨੇ, ਠੀਕ ਹੈ। ਤਾਂ ਇਹ ਸਭ ਗੱਲਾਂ ਨੇ, ਲੋਕਾਂ ਨੂੰ ਭੜਕਾਇਆ ਜਾ ਰਿਹਾ, ਸਿਰਫ ਲੋਕਾਂ ਦੀ ਅੱਖਾਂ 'ਚ ਘੱਟਾ ਪਾਇਆ ਜਾ ਰਿਹਾ, ਆਪਣੇ ਆਪ ਨੂੰ ਸਹੀ ਸਾਬਿਤ ਕੀਤਾ ਜਾ ਰਿਹਾ ਹੈਗਾ। ਅਗਰ ਜੇ ਨੋਟੀਫਿਕੇਸ਼ਨ ਆਉਣਾ ਹੁੰਦਾ, ਹੁਣ ਨੋਟੀਫਿਕੇਸ਼ਨ ਆਊਗਾ ਕਦੋਂ, ਉਹ ਜਿਹੜਾ ਅਪਲਾਈ ਹੋਊਗਾ ਕਦੋਂ, ਉਹ ਜਿਹੜਾ ਉਹਦੇ 'ਚ ਆਪਣਾ ਫਿਰ ਪੇਪਰ ਦਾ ਡੇਟ ਫਿਕਸ ਹੋਊਗੀ, ਪੇਪਰ ਹੋਊਗਾ, ਫਿਰ ਅੱਗੇ ਰਿਜ਼ਲਟ ਆਊਗਾ, ਬਹੁਤ ਲੰਬਾ ਪ੍ਰੋਸੈਸ ਹੁੰਦਾ ਹੈਗਾ। ਤਾਂ ਉਹ ਇਸ ਸਰਕਾਰ ਦੇ ਟੈਨਿਓਰ ਦੇ ਵਿੱਚ ਜਿਹੜਾ ਹੈਗਾ ਮੁਕੰਮਲ ਹੋਣਾ ਜਿਹੜਾ ਹੈਗਾ ਲਗਭਗ ਨਾਮੁਮਕਿਨ ਹੈ। ਸੋ ਅਗਲੀ ਸਰਕਾਰ ਕਿਹੜੀ ਆਉਂਦੀ ਹੈਗੀ ਆ, ਠੀਕ ਆ, ਇਹ ਸਰਕਾਰ 'ਤੇ ਡਿਪੈਂਡ ਕਰਦਾ ਕਿ ਜਿਹੜੀਆਂ ਸਰਕਾਰਾਂ ਆਉਂਦੀਆਂ ਹੈਗੀਆਂ ਉਹਦੇ ਹਿਸਾਬ ਨਾਲ ਸਿਸਟਮ ਚਲਾਉਂਦੀਆਂ। ਸੋ ਇਸ ਦੇ ਲਈ ਸਰਕਾਰ ਸਿਰਫ ਟਰਕਾਰ ਹੀ ਹੈਗੀ ਆ। ਔਰ ਜੋ ਤਸ਼ੱਦਦ ਕੱਲ੍ਹ ਇਸ ਬੰਦੇ ਨੇ, ਡੀਐਸਪੀ ਗੁਰਮੀਤ ਸਿੰਘ ਨੇ, ਜੋ ਪੀਜੀਟੀ ਅਧਿਆਪਕਾਂ 'ਤੇ ਬੀਐਡ ਅਧਿਆਪਕਾਂ 'ਤੇ ਢਾਇਆ, ਜਿਹੜਾ ਇਹ ਬੰਦਾ ਜਿਹੜਾ ਹੈਗਾ ਅੱਤ ਦੀ ਜਿਹੜਾ ਹੈਗਾ ਇੱਕ ਅੰਤ ਹੁੰਦਾ ਹੈਗਾ, ਅੱਤ ਦਾ ਅੰਤ ਹੋਣ ਵਾਲਾ ਹੈ। ਔਰ ਇਹਨੂੰ ਸਸਪੈਂਡ ਕਰਾ ਕੇ ਰਹਿਣਾ ਆਪਾਂ ਸਾਥੀਓ। ਔਰ ਇਸ ਤਰ੍ਹਾਂ ਦਾ ਜਿਹੜਾ ਪੰਜਾਬ ਸਰਕਾਰ ਦਾ ਰਵੱਈਆ ਹੈ, ਪੰਜਾਬ ਸਰਕਾਰ ਦੇ ਨਾਦਰਸ਼ਾਹੀ ਫਰਮਾਨ ਜਿਹੜੇ ਜਾਰੀ ਹੋ ਰਹੇ ਹੈਗੇ ਆ ਕਿ ਜਿੱਥੇ ਜਿੱਥੇ ਧਰਨੇ ਲਾਉਂਦੇ ਆ ਉੱਥੇ ਉੱਥੇ ਲਾਊਡ ਸਪੀਕਰ ਲਾ ਦਿਓ, ਗੁਰਬਾਣੀ ਚਲਾ ਦਿਓ, ਇਸ ਤਰ੍ਹਾਂ ਦੇ ਨਿਕੰਮੇ ਤੇ ਜਿਹੜੇ ਹੈਗੇ ਆ ਬੇਤੁਕੇ ਆਦੇਸ਼ ਜਾਰੀ ਕਰਕੇ ਆਪਣੇ ਸੰਘਰਸ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਲੋਕਾਂ ਦੀ ਆਵਾਜ਼ ਐਵੇਂ ਨਹੀਂ ਦਬਾਈ ਜਾਣੀ। ਦੂਜੀ ਗੱਲ ਕਿ ਜਦੋਂ ਇਸ ਸੰਘਰਸ਼ਾਂ ਦਾ ਹਿੱਸਾ ਬਣੋ ਸਾਥੀਓ, ਤਾਂ ਕਿ ਸਰਕਾਰ ਜੇ ਆਪਣਾ ਧੱਕਾ ਕਰ ਰਹੀ ਹੈ, ਸਰਕਾਰ ਜੇ ਆਪਣਾ ਨੁਕਸਾਨ ਕਰ ਰਹੀ ਹੈ, ਤਾਂ ਨੁਕਸਾਨ ਸਾਥੀਓ ਆਪਣਾ ਤਾਂ ਹੋਣਾ ਹੀ, ਜਿਹੜਾ ਹੋਣਾ ਸੀ ਹੋ ਗਿਆ। ਤਾਂ ਗੱਲ ਇਹ ਆ, ਸਰਕਾਰ ਦਾ ਨੁਕਸਾਨ ਕਰਨਾ ਆਪਾਂ। ਹੁਣ ਸਰਕਾਰ ਨੂੰ ਪਤਾ ਲੱਗੇ ਕਿ ਲੋਕਾਂ ਦੀ ਤਾਕਤ ਕੀ ਹੁੰਦੀ ਹੈ, ਸਰਕਾਰ ਨੂੰ ਪਤਾ ਲੱਗੇ ਕਿ ਲੋਕ ਕੀ ਹੁੰਦੇ, ਸਰਕਾਰ ਨੂੰ ਪਤਾ ਲੱਗੇ ਕਿ ਸਰਕਾਰ ਨਹੀਂ ਹੁੰਦੀ, ਸਰਕਾਰ ਲੋਕਾਂ ਦੀ ਸਰਕਾਰ ਹੁੰਦੀ ਹੈ। ਤਾਂ ਇਸ ਕਰਕੇ ਲੋਕਾਂ ਦੀ ਤਾਕਤ ਆਪਾਂ ਦਿਖਾਉਣੀ ਆ, ਔਰ ਇਹਨਾਂ ਨੂੰ ਜਿਹੜਾ ਹੈਗਾ, ਇਹਨਾਂ ਦੀ ਅੱਤ ਜਿਹੜੀ ਚੱਕੀ ਹੋਈ ਹੈ, ਇਹਦਾ ਆਪਾਂ ਅੰਤ ਕਰਨਾ। ਸੋ ਸਾਥੀਓ, ਇਸ ਲਈ ਮਨ ਬਣਾ ਲਓ, ਪੱਕਾ ਦ੍ਰਿੜ ਨਿਸ਼ਚਾ ਕਰ ਲਓ, ਜੇ ਇਹਨਾਂ ਨੇ ਆਪਣਾ ਨੁਕਸਾਨ ਕਰਨ ਦੀ ਧਾਰ ਲਈ ਹੈ ਤਾਂ ਇਹਨਾਂ ਦਾ ਨੁਕਸਾਨ ਜਿਹੜਾ ਹੈਗਾ ਆਉਣ ਵਾਲੇ ਇਲੈਕਸ਼ਨ ਦੇ ਵਿੱਚ ਚੰਗੀ ਤਰ੍ਹਾਂ ਕਰਨਾ। ਆਪਾਂ ਦਿਖਾ ਦੇਣਾ ਕਿ ਲੋਕਾਂ ਦੀ ਤਾਕਤ ਕੀ ਹੁੰਦੀ ਆ, ਮੁਲਾਜ਼ਮਾਂ ਦੀ ਤਾਕਤ ਕੀ ਹੁੰਦੀ ਹੈ। ਜਿਵੇਂ ਉਹ ਕੈਪਟਨ ਨੂੰ ਨਹੀਂ ਰਹਿਣ ਦਿੱਤਾ, ਤਾਂ ਚੰਨੀ ਵੀ ਨਹੀਂ ਰਹੇਗਾ ਫਿਰ। ਸੋ ਸਾਥੀਓ, ਜੈ ਜਨਤਾ, ਜੈ ਸੰਘਰਸ਼, ਜਿੱਤ ਲੜਦੇ ਲੋਕਾਂ ਦੀ।